ਸਤਿ ਸ਼੍ਰੀ ਅਕਾਲ ਜੀ ਦੋਸਤੋ, ਮੈਂ ਨਵਦੀਪ ਫਰੋਮ ਸਿਲਵਰ ਫਰਨ ਐਜੂਕੇਸ਼ਨ ਤੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਨਿਊਜ਼ੀਲੈਂਡ ਦੇ ਸਟੱਡੀ ਵੀਜ਼ਾ ਨੂੰ ਲੈ ਕੇ ਐਕਸਪਰਟਸ ਨਾਲ ਆਏ ਹੋਏ ਤੁਸੀਂ ਆਲਰੇਡੀ ਵੀਡੀਓ ਦੇ ਵਿੱਚ ਦੇਖ ਸਕਦੇ ਆ। ਅਸੀਂ ਗੱਲ ਕਰਾਂਗੇ ਚੂਜ਼ ਨਿਊਜ਼ੀਲੈਂਡ ਦੇ ਰੈਪਰੈਜ਼ੈਂਟੇਟਿਵ ਫਰੋਮ ਨਿਊਜ਼ੀਲੈਂਡ ਜਿਹੜੇ ਕਿ ਇੱਕ ਕਲਾਸ 1 ਦੇ ਵਿੱਚ ਜਿਹੜੇ ਲਾਇਰਸ ਗਿਣੇ ਜਾਂਦੇ ਆ ਨਿਊਜ਼ੀਲੈਂਡ। ਜਦੋਂ ਗੱਲ ਆਉਂਦੀ ਹੈ ਸਟੱਡੀ ਵੀਜ਼ਾਸ ਦੀ, ਵਿਜ਼ਿਟਰ ਵੀਜ਼ਾਸ ਦੀ, ਵਰਕ ਵੀਜ਼ਾਸ ਦੀ, ਤੇ ਇੱਕੋ ਬ੍ਰਾਂਡ ਟਰਸਟ ਕਰ ਸਕਦੇ ਹੋ ਤੁਸੀਂ, ਦੈਟਸ ਚੂਜ਼ ਨਿਊਜ਼ੀਲੈਂਡ। ਅਸੀਂ ਪਰਸਨਲੀ ਬੜੇ ਕਲੋਜ਼ ਰਿਲੇਸ਼ਨਸ ਦੇ ਨਾਲ ਕੰਮ ਕਰਦੇ ਹਾਂ ਚੂਜ਼ ਨਿਊਜ਼ੀਲੈਂਡ ਦੇ ਨਾਲ, ਅਤੇ ਕੋਈ ਵੀ ਸਾਡੇ ਕੋਲ ਐਪਲੀਕੇਸ਼ਨਸ ਆਉਂਦੀਆਂ ਸਾਡੇ ਕਰੰਟ ਕੈਂਡੀਡੇਟਸ ਨੂੰ ਆਲਰੇਡੀ ਪਤਾ ਹੈ ਕਿ ਕਿੰਨੇ ਕਲੋਜ਼ਲੀ, ਕਿੰਨੇ ਟਰਾਂਸਪੇਰੈਂਟ ਤਰੀਕੇ ਦੇ ਨਾਲ ਚੂਜ਼ ਨਿਊਜ਼ੀਲੈਂਡ ਤੁਹਾਡੀਆਂ ਐਪਲੀਕੇਸ਼ਨਸ ਨੂੰ ਡੀਲ ਕਰਦਾ ਹੈ। ਆਪਾਂ ਗੱਲਬਾਤ ਕਰਦੇ ਹਾਂ ਜੀ ਹਰਮੀਤ ਸਿੰਘ ਨਾਲ। ਹਰਮੀਤ ਸਿੰਘ ਜੀ, ਵੈਲਕਮ। ਫਸਟ ਆਫ ਆਲ ਮਿਹਰਬਾਨੀ ਤੁਹਾਡੀ ਆਉਣ ਦੇ ਲਈ, ਫਿਰ ਅਗਰੀ ਕਰਨ ਦੇ ਲਈ ਸਾਡੇ ਨਾਲ ਇੰਟਰਵਿਊ ਦੇ ਲਈ। ਥੈਂਕ ਯੂ ਜੀ, ਥੈਂਕ ਯੂ ਨਵਨੀਤ ਜੀ, ਥੈਂਕ ਯੂ ਸੋ ਮਚ ਫॉर ਗਿਵਿੰਗ ਮੀ ਦਿਸ ਓਪਰਚੁਨਿਟੀ ਕਿ ਮੈਂ ਵੀ ਕਾਫੀ ਸਾਲਾਂ ਬਾਅਦ ਇੰਡੀਆ ਆਇਆ ਅਤੇ ਆਈ ਕੈਨ ਸੀ ਕਿ ਬਹੁਤ ਸਾਰੇ ਲੋਕ ਨਿਊਜ਼ੀਲੈਂਡ ਦੇ ਵਿੱਚ ਇੰਟਰਸਟਿਡ ਨੇ। ਕੋਵਿਡ ਦਾ ਰਿਸਪੌਂਸ ਬਹੁਤ ਅੱਛਾ ਰਿਹਾ ਨਿਊਜ਼ੀਲੈਂਡ ਦਾ। ਵੀ ਹੈਵ ਬੀਨ ਰੀਅਲੀ ਫੇਮਸ ਫॉर ਕੰਟਰੋਲਿੰਗ ਇਟ ਵੈਰੀ ਵੈਲ। ਅਤੇ ਬਹੁਤ ਸਾਰੇ ਲੋਕ, ਬਹੁਤ ਸਾਰੀ ਫੈਮਿਲੀਜ਼, ਪੇਰੈਂਟਸ ਨੂੰ ਮੈਂ ਇੱਥੇ ਮਿਲਿਆ ਜਿਹੜੇ ਆਪਣੇ ਬੱਚਿਆਂ ਨੂੰ ਸੇਫ ਲੈਂਡ ਦੇ ਉੱਤੇ ਭੇਜਣਾ ਚਾਹੁੰਦੇ ਨੇ, ਮਾਈਗ੍ਰੇਟ ਕਰਾਉਣਾ ਚਾਹੁੰਦੇ ਨੇ, ਜਾਂ ਉਹਨਾਂ ਨੂੰ ਚਾਹੁੰਦੇ ਨੇ ਕਿ ਉਹ ਇੱਕ ਅੱਛੀ ਐਜੂਕੇਸ਼ਨ ਜਿਹੜੀ ਨਿਊਜ਼ੀਲੈਂਡ 'ਚ ਪ੍ਰਾਪਤ ਕਰਨ। ਬਿਲਕੁਲ ਜੀ, ਆਈ ਐਮ ਹੈਪੀ ਟੂ ਹੈਲਪ। ਜੋ ਵੀ ਤੁਹਾਡੇ ਕੁਐਸਚਨਸ ਨੇ ਪਲੀਜ਼ ਫੀਲ ਫਰੀ ਟੂ ਆਸਕ। ਸ਼ੋਰ। ਮੈਂ ਥੋੜ੍ਹੇ ਜਿਹੇ ਕੁਐਸਚਨਸ ਪ੍ਰਿਪੇਅਰ ਕੀਤੇ ਸੀ ਤੁਹਾਡੇ ਆਉਣ ਦੇ ਲਈ ਹੀ, ਆਪਾਂ ਕਿਉਂਕਿ ਆਪਣੇ ਕੋਲ ਟਾਈਮ ਜਦੋਂ ਤੁਹਾਡੀ ਗੱਲ ਆਉਂਦੀ ਹੈ ਬੜਾ ਲਿਮਿਟਡ ਹੁੰਦਾ ਹੈ ਜੀ। ਅਤੇ ਆਪਾਂ ਰਨ ਡਾਊਨ ਕਰਾਂਗੇ ਸਟੈਪ ਬਾਏ ਸਟੈਪ। ਥੋੜ੍ਹਾ ਜਿਹਾ ਆਪਾਂ ਇਨਟੇਕਸ ਬਾਰੇ ਪੁੱਛਾਂਗੇ, ਫੀਸ ਸਟਰਕਚਰ ਬਾਰੇ ਪੁੱਛਾਂਗੇ, ਕਿਉਂਕਿ ਬੱਚਿਆਂ ਦਾ ਸਵਾਲ ਬੜਾ ਹੁੰਦਾ ਕਿ ਕਿਹੜਾ ਇਨਟੇਕ ਸਾਨੂੰ ਅੱਗੇ ਮਿਲੂਗਾ, ਜਾਂ ਕਿਹੜੇ ਸਾਨੂੰ ਫੀਸ ਸਟਰਕਚਰ ਕਿੰਨੀ, ਕਿਹੜੇ ਕੋਰਸ ਦੀ ਮਿਲੂਗੀ। ਫਿਰ ਸਿਟੀ ਦੀਆਂ ਪ੍ਰੈਫਰੈਂਸਿਸ ਬੱਚਿਆਂ ਦੀਆਂ ਹੁੰਦੀਆਂ ਆਪੋ ਆਪਣੀਆਂ, ਹੈ ਨਾ। ਇਸ ਟਾਈਪ ਦੇ ਆਪਾਂ ਕੁਐਸਚਨਸ, ਫਿਰ ਕੁਛ ਆਪਾਂ ਟਾਈਮ ਫਰੇਮ ਦੇ ਉੱਤੇ ਵੀ ਗੱਲਬਾਤ ਕਰਾਂਗੇ ਕਿ ਕੀ ਅੱਜ ਕੱਲ੍ਹ ਇਮੀਗ੍ਰੇਸ਼ਨ ਦਾ ਕਿੰਨਾ ਟਾਈਮ ਫਰੇਮ ਚੱਲ ਰਿਹਾ। ਕੁਛ ਇੰਸਟੀਟਿਊਟ ਜ਼ਿਆਦਾ ਟਾਈਮ ਲੈ ਰਹੇ ਆ ਆਫਰ ਲੈਟਰਸ ਲਈ, ਕੁਛ ਯੂਨੀਵਰਸਿਟੀਜ਼ ਆ ਜਿੱਥੇ ਆਪਣਾ ਟਾਈਮ ਜ਼ਿਆਦਾ ਲੱਗਦਾ ਹੈ। ਉਹਦੇ ਬਾਰੇ ਥੋੜ੍ਹਾ ਜਿਹਾ ਸਾਨੂੰ ਜ਼ਰੂਰ ਦੱਸਿਓ। ਗੱਲ ਆਪਾਂ ਸ਼ੁਰੂ ਕਰਦੇ ਹਾਂ ਜੀ ਇਨਟੇਕਸ ਤੋਂ। ਗੱਲ ਆਪਾਂ ਸ਼ੁਰੂ ਕਰਨੀ ਹੈ ਕਿ ਕਿਸ ਟਾਈਪ ਦੇ ਇਨਟੇਕਸ ਅੱਗੇ ਜਿਹੜੇ ਆ ਰਹੇ ਆ, ਕਦੋਂ ਤੱਕ ਆਪਾਂ ਐਕਸਪੈਕਟ ਕਰ ਸਕਦੇ ਹਾਂ ਜਿਹੜਾ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇਨਟੇਕ ਅਪਲਾਈ ਕਰ ਸਕਦੇ ਹਾਂ ਜੀ। ਨਵਦੀਪ ਜੀ, ਜਿੱਥੋਂ ਤੱਕ ਇਨਟੇਕਸ ਦੀ ਗੱਲ ਹੈ, ਇਟ ਰੀਅਲੀ ਡਿਪੈਂਡਸ ਔਨ ਇੰਸਟੀਟਿਊਸ਼ਨ। ਜੇ ਆਪਾਂ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਉਹਨਾਂ ਕੋਲ ਸਟੈਂਡਰਡ ਇਨਟੇਕਸ ਹੁੰਦੇ ਆ, ਉਹਨਾਂ ਕੋਲ ਬਹੁਤ ਜ਼ਿਆਦਾ ਫਲੈਕਸੀਬਲ ਆਪਸ਼ਨਸ ਨਹੀਂ ਹੁੰਦੀਆਂ। ਜ਼ਿਆਦਾਤਰ ਫੈਬਰਰੀ ਅਤੇ ਸਪਟੈਂਬਰ ਹੈ ਜਿਹੜਾ ਕਿ ਦ ਮੋਸਟ ਕਾਮਨ ਇਨਟੇਕਸ ਵਿਲ ਬੀ। ਬਟ ਅਦਰਵਾਈਜ਼ ਬਹੁਤ ਸਾਰੀ ਯੂਨੀਵਰਸਿਟੀਜ਼ ਆਫਟਰ ਕੋਵਿਡ ਥੋੜ੍ਹਾ ਬਹੁਤਾ ਚੇਂਜ ਵੀ ਕਰ ਰਹੀਆਂ। ਦੇਰ ਮਾਈਟ ਬੀ ਜੁਲਾਈ ਇਨਟੇਕ ਐਜ਼ ਵੈਲ। ਅਤੇ ਇਫ ਵੀ ਟਾਕ ਅਬਾਊਟ ਦੀ ਗਵਰਨਮੈਂਟ ਇੰਸਟੀਟਿਊਸ਼ਨਸ, ਉਹਨਾਂ ਦੇ ਇਨਟੇਕ ਫੈਬ ਹੈਗੇ ਆ, ਜੁਲਾਈ ਹੈ, ਸਪਟੈਂਬਰ ਹੈ, ਐਂਡ ਸਮ ਐਕਚੁਅਲੀ ਗੋਟ ਦਸੰਬਰ ਐਜ਼ ਵੈਲ। ਕਿਉਂਕਿ ਕੁਛ ਗਵਰਨਮੈਂਟ ਇੰਸਟੀਟਿਊਸ਼ਨਸ ਥੋੜ੍ਹੇ ਫਲੈਕਸੀਬਲ ਹੈ ਐਜ਼ ਕੰਪੇਅਰ ਟੂ ਅਦਰਸ, ਜਿਨ੍ਹਾਂ ਦੇ ਬਹੁਤ ਜ਼ਿਆਦਾ ਇੰਟਰਨੈਸ਼ਨਲ ਸਟੂਡੈਂਟਸ ਆਉਂਦੇ ਨੇ। ਦੇ ਆਰ ਰੀਅਲੀ more I mean, I can appreciate that there will be more dates, so the more students can be welcomed, but it all depends on institutions. Again, the private actually got the rolling intakes. ਉਹਨਾਂ ਦੇ ਕੋਲ ਤੁਸੀਂ ਦਸੰਬਰ ਵੀ ਕਰ ਸਕਦੇ ਹੋ, ਫੈਬ ਵੀ ਕਰ ਸਕਦੇ ਹੋ, ਜੁਲਾਈ ਵੀ ਕਰ ਸਕਦੇ ਹੋ। ਬਟ ਇੱਕ ਅਗੇਨ ਇਟ ਇਜ਼ ਤੁਹਾਡੀ ਪ੍ਰੈਫਰੈਂਸ ਹੈ, ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ। ਇਫ ਯੂ ਆਰ ਰੀਅਲੀ ਯੂਨੀਵਰਸਿਟੀ ਸਟੂਡੈਂਟ ਦੈਨ ਯੂ ਵਿਲ ਐਕਚੁਅਲੀ ਹੈਵ ਟੂ ਪ੍ਰਪੇਅਰ 3 months ਬਿਫੋਰ ਕਿ ਮੈਂ ਇਸ ਇੰਸਟੀਟਿਊਸ਼ਨ 'ਚ ਜਾਣਾ ਹੈ। ਤੁਸੀਂ ਬਹੁਤ ਲੇਟ ਹੋ ਗਏ ਹੋ ਤਾਂ ਆਈ ਐਮ ਸੌਰੀ ਟੂ ਸੇ ਕਿ ਤੁਹਾਨੂੰ ਨੈਕਸਟ ਇੰਟੇਕ 'ਚ ਜਾਣਾ ਪਏਗਾ, ਕਿਉਂਕਿ ਯੂਨੀਜ਼ ਆਰ ਮੋਰ ਹੈਵ ਗੋਟ ਦਿਸ ਸਟ੍ਰਿੰਜੈਂਟ ਪੋਲਿਸੀਜ਼ ਕਿ ਅਸੀਂ ਇੰਟੇਕ ਡੇਟ ਦੇ ਵਿੱਚ ਐਕਸਟੈਂਸ਼ਨ ਬਹੁਤ ਜ਼ਿਆਦਾ ਨਹੀਂ ਦੇ ਸਕਦੇ। ਉਹਨਾਂ ਦਾ ਇੱਕ ਸੈਟ ਰੂਲ ਹੈ। So it all depends on personal profile, but private are more flexible, and government institutions, they got 3 or 4 intakes a year. Sometimes there can be some extra intakes. ये हम depend करेगा कि केड़ा institution है। Institutions like WITT, they are more flexible. Institution like Toyoma Institute of Technology, they are more flexible. MIT is also doing working on some intakes. But COVID तो बाद एकदम border just opened of New Zealand in August. The things have just been in the pipeline now. बहुत सारी चीज़ें हज़े फाइनल नहीं हुई हैं। तो I think it's too early for me to say कि what will be the future. But yes, more and more intakes are actually getting introduced by some of the institutions. तो ਤੁਸੀਂ profile लेके आओगे, then we can tell you कि what the best we can do. ਠੀਕ ਹੈ ਜੀ। ਸੋ ਇਹਦੇ ਵਿੱਚ ਮੈਂ ਦੇਖਿਆ ਕਿ ਜਿਹੜਾ ਤੁਸੀਂ ਇਨਟੇਕ ਦਾ ਹੁਣ ਸਮਝਾ ਰਹੇ ਕਿ ਡਿਪੈਂਡ ਕਰਦਾ ਕਿ ਕਿਹੜੇ ਇੰਸਟੀਟਿਊਟ ਦੇ ਵਿੱਚ ਜਾ ਰਹੇ ਆ। ਪਬਲਿਕ ਇੰਸਟੀਟਿਊਟ ਹੈ ਉਹ 'ਚ ਥੋੜ੍ਹੇ ਜਿਹੇ ਘੱਟ ਲਿਮਿਟਡ ਆਪਸ਼ਨਸ ਹੁੰਦੇ ਆ ਇਨਟੇਕਸ ਦੇ, ਯੂਨੀਵਰਸਿਟੀ ਦੇ ਵਿੱਚ ਹੋਰ ਜ਼ਿਆਦਾ ਲਿਮਿਟਡ ਹੁੰਦੇ ਆ, ਪ੍ਰਾਈਵੇਟ ਦੇ ਵਿੱਚ ਥੋੜ੍ਹੇ ਜਿਹੇ ਇਨਟੇਕਸ ਦੇ ਜ਼ਿਆਦਾ ਆਪਣੇ ਕੋਲ ਆਪਸ਼ਨਸ ਹੁੰਦੇ। ਬਟ ਅਗੇਨ ਫਿਰ ਸਟੱਡੀ ਦੇ ਆਪਸ਼ਨਸ ਜ਼ਿਆਦਾ ਲਿਮਿਟਡ ਹੋ ਜਾਂਦੇ ਜਦੋਂ ਤੁਸੀਂ ਪ੍ਰਾਈਵੇਟ ਇੰਸਟੀਟਿਊਟਸ ਦੇ ਵਿੱਚ ਜਾਂਦੇ ਆ। ਇਹਦੇ ਤੋਂ ਬਾਅਦ ਮੇਰਾ ਕੁਐਸਚਨ ਆਉਂਦਾ ਭਾਜੀ ਵੀ ਜਿਹੜਾ ਫੀਸ ਸਟਰਕਚਰ ਹੈ ਉਹ ਕਿੱਦਾਂ ਵੈਰੀ ਕਰਦਾ ਹੈ ਫਰੋਮ ਪ੍ਰਾਈਵੇਟ ਟੂ ਪੋਲੀਟੈਕਨਿਕ ਟੂ ਦੀ ਯੂਨੀਵਰਸਿਟੀ। ਕਿੱਦਾਂ ਉਹਨੂੰ ਫੀ ਕਿਵੇਂ ਡਿਕਟੇਟ ਕਰਦੀ ਹੈ ਅਲੱਗ-ਅਲੱਗ ਟਾਈਪ ਦੇ ਇੰਸਟੀਟਿਊਟਸ ਦੇ ਵਿੱਚ। I think ਜਿੱਦਾਂ ਲੈਵਲ ਅਪ ਹੁੰਦਾ ਜਾਏਗਾ, ਵੀ ਸਟਾਰਟ ਵਿਦ ਦ ਪ੍ਰਾਈਵੇਟ ਦੀ ਫੀਸ ਜਨਰਲੀ 20,000 ਪਰ ਈਅਰ ਹੁੰਦੀ ਹੈ।
ਇਟ ਕੈਨ ਐਕਚੁਅਲੀ ਬੀ ਸਟਾਰਟ ਫਰਮ 18,000 ਐਜ਼ ਵੈਲ 18,000 ਤੋਂ ਲੈ ਕੇ 20 ਤੱਕ 22 ਤੱਕ ਵੀ ਹੋ ਸਕਦੀ ਹੈ, ਪਰ ਜਨਰਲੀ 18 ਤੋਂ 20 ਦੇ ਵਿੱਚ ਘੁੰਮਦੀ ਹੈ ਪ੍ਰਾਈਵੇਟ ਇੰਸਟੀਟਿਊਸ਼ਨਸ ਦੀ ਲਿਮਿਟਿਡ ਆਪਸ਼ਨਸ ਨੇ ਨਿਊਜ਼ੀਲੈਂਡ 'ਚ ਬਹੁਤ ਜ਼ਿਆਦਾ ਨਹੀਂ ਹੈ, ਤੇ ਲਾਈਕ ਆਕਲੈਂਡ ਦੇ ਵਿੱਚ ਵੀ 2 ਜਾਂ 3 ਹੀ ਹੋਣੇ ਜਿਹੜੇ ਬਹੁਤ ਪਪੂਲਰ ਨੇ, ਆਊਟਸਾਈਡ ਆਕਲੈਂਡ ਵੀ ਘੱਟ ਆਪਸ਼ਨਸ ਨੇ ਪ੍ਰਾਈਵੇਟ ਦੀਆਂ, ਜ਼ਿਆਦਾਤਰ ਆਪਸ਼ਨਸ ਟੀ ਬੁਕਿੰਗਾਂ ਅੰਬਰੇਲਾ ਦੇ ਅੰਡਰ ਹੈ, ਜਿਹੜਾ ਕਿ ਗਵਰਨਮੈਂਟ ਦਾ ਖੁਦ ਦਾ ਐਕਚੁਅਲੀ ਓਨਡ ਬਾਈ ਦ ਗਵਰਨਮੈਂਟ, ਐਂਡ ਦੇ ਔਰ ਇੰਸਟੀਟਿਊਸ਼ਨਸ ਆਰ ਨਾਓ ਕਮਿੰਗ ਟੂਗੈਦਰ, ਇਟਸ ਅੰਡਰ ਟੀ ਬੁਕਿੰਗਾਂ ਅੰਬਰੇਲਾ। ਉਹਦੇ ਵਿੱਚ ਵੀ ਹੁਣ ਕਾਫੀ ਸਾਰੇ ਚੇਂਜਸ ਹੋ ਰਹੇ ਆ, ਨਿਊ ਇਨਟੇਕਸ ਕੋਈ ਇੰਸਟੀਟਿਊਸ਼ਨ ਲੈ ਕੇ ਆ ਰਿਹਾ, ਕੋਈ ਨਹੀਂ, ਬਟ ਅਗੇਨ ਦ ਫੀ ਪੁਆਇੰਟ ਆਫ ਵਿਊ ਅਗੇਨ ਇਟ ਸਟਾਰਟ ਫਰਮ 20,000। ਆਈ ਥਿੰਕ ਹੁਣ ਫੀਸਾਂ ਥੋੜ੍ਹੀਆਂ ਵੱਧ ਰਹੀਆਂ ਪਹਿਲਾਂ ਨਾਲੋਂ, ਕਿਉਂਕਿ ਇਨਫਲੇਸ਼ਨ ਵੱਧ ਰਿਹਾ ਹੈ, ਪੂਰੇ ਵਰਲਡ 'ਚ ਹੋ ਰਿਹਾ ਕੋਵਿਡ ਤੋਂ ਬਾਅਦ, ਤਾਂ ਹੁਣ ਜਿਹੜੀ ਫੀਸ ਉਹ 20 ਤੋਂ ਲੈ ਕੇ 22 ਦੇ ਵਿੱਚ ਘੁੰਮ ਰਹੀ ਹੈ, ਗਵਰਨਮੈਂਟ ਇੰਸਟੀਟਿਊਸ਼ਨਸ ਦੀ ਪਾ ਰਹੀ ਹੈ। ਤੇ ਰਹੀ ਗੱਲ ਯੂਨੀਵਰਸਿਟੀਜ਼ ਦੀ, ਉਹਨਾਂ ਦੀ ਫੀਸ ਆਲਵੇਜ਼ ਬੀਨ ਵੈਰੀ ਹਾਈ। ਆਈ ਥਿੰਕ ਯੂ ਕੈਨ ਸਟਾਰਟ ਕਿ 35,000 ਤੋਂ ਸਟਾਰਟ ਹੋ ਜਾਂਦੀ ਹੈ, ਜੇ ਤੁਸੀਂ ਮਾਸਟਰ ਡਿਗਰੀ ਕਰਨ ਜਾ ਰਹੇ ਹੋ ਤਾਂ ਇਟ ਕੈਨ ਗੋ ਅਪ ਟੂ 50K 55K, ਕਿਉਂਕਿ 1.5 ਸਾਲ ਦਾ ਪ੍ਰੋਗਰਾਮ ਹੈ। ਤੇ ਯੂਨੀ ਇਜ਼ ਐਕਚੁਅਲੀ ਨਾਟ ਐਵਰੀਵਨਸ ਕੱਪ ਆਫ ਟੀ ਅਗੇਨ, ਯੂਨੀ ਦੀ ਐਡਮਿਸ਼ਨ ਥੋੜੀ ਹਾਰਡ ਹੁੰਦੀ ਹੈ ਐਜ਼ ਕੰਪੇਅਰ ਟੂ ਦੀ ਗਵਰਨਮੈਂਟ ਇੰਸਟੀਟਿਊਸ਼ਨ, ਐਂਡ ਦੈਨ ਈਜ਼ੀਐਸਟ ਵਿਲ ਬੀ ਪ੍ਰਾਈਵੇਟ, ਬਟ ਪ੍ਰਾਈਵੇਟ ਵੀ ਅਗੇਨ ਨਾਓ ਅ ਡੇਜ਼ ਐਕਚੁਅਲੀ ਓਨਲੀ ਗੁੱਡ ਪ੍ਰਾਈਵੇਟ ones are there. All the past institutions who have been doing with very cheap courses and all, they're kind of now gone because they were not able to survive during COVID. So it all depends, but fee starts from 20 and can go up to 40K a year. It all depends, private, government or uni you are choosing. ਠੀਕ ਹੈ ਜੀ। ਇਹਦੇ ਵਿੱਚ ਆਪਾਂ ਨੂੰ ਜਿਹੜੇ ਹੁਣ ਬੱਚੇ ਆ, ਕੋਈ ਹਾਈ ਸਕੂਲ ਪਾਸ ਆਊਟ ਹੈ, 12th ਕੀਤੀ ਹੈ ਜਿਹੜੇ ਬੱਚੇ ਨੇ, what are the options he or she can expect when applying for the offer letter? ਚਾਹੇ ਉਹ ਪ੍ਰਾਈਵੇਟ ਦੀ ਗੱਲ ਆਉਂਦੀ ਹੈ, ਪਬਲਿਕ ਦੀ ਗੱਲ ਆਉਂਦੀ ਹੈ, ਚਾਹੇ ਉਹ ਯੂਨੀਵਰਸਿਟੀ ਦੀ ਗੱਲ ਆਉਂਦੀ, ਕਿਹੜੇ ਟਾਈਪ ਦੇ ਕੋਰਸਿਸ, ਕਿਹੜੇ ਲੈਵਲ ਦੇ ਕੋਰਸਿਸ ਉਹਨਾਂ ਨੂੰ ਤੁਸੀਂ ਰੈਕਮੈਂਡ ਕਰੋਗੇ ਜੀ, ਜਿਹੜੇ ਹਾਈ ਸਕੂਲ ਦੇ ਬੱਚੇ ਆ? I think recently ਕੁਛ ਚੇਂਜਸ ਹੋਏ ਆ ਇਮੀਗ੍ਰੇਸ਼ਨ ਤੇ, there has been a new list named as green list. ਉਹਦੇ ਹਿਸਾਬ ਨਾਲ ਤੁਸੀਂ ਪ੍ਰੋਗਰਾਮ ਚੂਜ਼ ਕਰੋਗੇ ਤਾਂ ਆਈ ਥਿੰਕ ਗ੍ਰੀਨ ਲਿਸਟ ਜਿਹੜੀ ਹੈਗੀ ਆ ਬਹੁਤ ਡਿਮਾਂਡਿੰਗ ਲਿਸਟ ਹੈ, ਉਹ ਵਾਲੇ ਲੋਕਾਂ ਦੀ ਬਹੁਤ ਸ਼ਾਰਟੇਜ ਹੈਗੀ ਹੈ, ਤਦ ਹੀ ਇਮੀਗ੍ਰੇਸ਼ਨ ਨੇ ਇਹਨੂੰ ਗ੍ਰੀਨ ਲਿਸਟ ਦਾ ਨਾਮ ਦਿੱਤਾ ਹੈ। ਤੇ ਕੋਰਸਿਸ ਕੈਨ ਬੀ, ਇਟ ਆਲ ਡਿਪੈਂਡਸ ਔਨ ਪਰਸਨਲਸ ਪ੍ਰੋਫਾਈਲ। ਆਈ ਐਮ ਲਾਈਕ ਇਫ ਪਰਸਨ ਇਜ਼ ਹੈਵਿੰਗ ਨੋਰਮਲ ਆਰਟਸ ਹੈ ਨਾ, ਤੇ ਉਹਨਾਂ ਦਾ ਕੋਈ ਰੈਲੇਵੈਂਟ ਕੋਈ ਐਕਸਪੀਰੀਅੰਸ ਹੈ, ਫੈਮਿਲੀ ਬਿਜ਼ਨਸ ਹੈ, they can always choose business. ਕੋਈ ਬਹੁਤ ਜ਼ਿਆਦਾ IT ਹੀ ਕਰਨਾ ਚਾਹੁੰਦਾ ਹੈ, ਕੋਈ +2 ਤੋਂ ਬਾਅਦ ਜਾਂ ਹਾਈ ਸਕੂਲ ਤੋਂ ਬਾਅਦ ਕੋਈ 6 ਮਹੀਨੇ ਦੀ ਟ੍ਰੇਨਿੰਗ ਕੀਤੀ IT 'ਚ ਜਾਂ ਕੁਛ ਇੱਦਾਂ ਦਾ ਕੁਛ ਨਾ ਕੁਛ ਰੈਲੀਵੈਂਟ ਹੈ, ਤਾਂ they can choose bachelors in IT. Otherwise bachelor of hospitality management is very popular course. ਤੇ ਉਸ ਤੋਂ ਇਲਾਵਾ you can always choose hotel management. FIMS is the #1 institution who offer this. Otherwise Toyo Humai is offering bachelors in hospitality. Actually there can be various courses, it all depends what is your profile. Nowadays there is a new course, certificate in agriculture, that is a very good course, very attractive one, 1 ਸਾਲ ਦਾ ਕੋਰਸ ਹੈ, 1 ਸਾਲ ਦਾ ਵਰਕ ਵੀਜ਼ਾ, ਤੇ ਗ੍ਰੀਨ ਲਿਸਟ ਦਾ ਪ੍ਰੋਗਰਾਮ ਹੈ। ਨੌਨ ਗ੍ਰੀਨ ਲਿਸਟ ਦੇ ਪ੍ਰੋਗਰਾਮ ਅਸੀਂ ਮਤਲਬ ਸ਼ੁਰੂ 'ਚ ਥੋੜ੍ਹੇ ਡਾਊਟਫੁਲ ਸੀਗੇ ਕਿ ਨੌਨ ਗ੍ਰੀਨ ਲਿਸਟ ਦੇ ਵਿੱਚ ਕੋਈ ਪੋਸਟ ਸਟੱਡੀ ਵਰਕ ਵੀਜ਼ਾ ਨਹੀਂ ਮਿਲਦਾ ਬੱਚੇ ਨੂੰ, ਤੇ ਉਹਨੂੰ ਇਹ ਚੂਜ਼ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ, ਬਟ ਆਈ ਥਿੰਕ ਨਾਓ ਦ ਥਿੰਗਸ ਆਰ ਗੈਟਿੰਗ ਮੋਰ ਪੋਜ਼ੀਟਿਵ। ਜੇ ਤੁਹਾਡੀ ਅੱਛੀ ਸਟੇਟਮੈਂਟ ਆਫ ਪਰਪਸ ਹੈ, ਯੂ ਨੋ ਵਾਟ ਆਰ ਯੂ ਗੋਇੰਗ ਫੋਰ, ਤੁਹਾਡਾ ਕਰੀਅਰ ਪਲਾਨ ਕੀ ਹੈ, ਤੁਸੀਂ ਅੱਛੀ ਤਰ੍ਹਾਂ ਐਕਸਪਲੇਨ ਕਰ ਸਕਦੇ ਹੋ ਚੀਜ਼ਾਂ ਨੂੰ, ਤਾਂ ਆਈ ਥਿੰਕ ਦੈਟ ਇਜ਼ ਨਾਟ ਅ ਬੈਡ ਚੋਇਸ। ਤੇ ਉਹਦੇ 'ਚ ਤੁਹਾਨੂੰ ਪੋਸਟ ਸਟੱਡੀ ਵਰਕ ਵੀਜ਼ਾ ਤਾਂ ਨਹੀਂ ਮਿਲਦਾ, ਬਟ ਇਹਦੇ 'ਚ ਇਹ ਹੋ ਜਾਂਦਾ ਕਿ ਤੁਹਾਨੂੰ ਜੋਬ ਆਫਰ ਮਿਲ ਜਾਂਦੀ ਹੈ, ਤਾਂ ਤੁਸੀਂ ਅੱਗੇ ਆਪਣਾ ਵਰਕ ਵੀਜ਼ਾ ਵਗੈਰਾ ਐਕਸਟੈਂਡ ਕਰ ਸਕਦੇ ਹੋ। ਸਾਡੀ ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰਸ ਦੀ ਟੀਮ ਹੈ ਪੂਰੀ, they can assess your profile and can advise you accordingly. So this is how it is. So courses can be anything, like if a person got a physical education, he can choose something in sports. A person coming with a B.Ed, they can choose early childhood education degree or diploma. So there are courses. ਸਾਡੀ ਕੋਸ਼ਿਸ਼ ਇਹੀ ਹੁੰਦੀ ਕਿ relevant course choose ਕਰੋ, ਆਪਣੇ career ਨੂੰ growth ਨੂੰ ਦੇਖੋ, just not choose a course to actually get your entry to the New Zealand, because at the end of the day ਤੁਸੀਂ ਬਹੁਤ ਪ੍ਰੋਬਲਮਸ ਫੇਸ ਕਰੋਗੇ। ਜੀ ਬਿਲਕੁਲ। ਬੈਸਟ ਕੋਰਸ ਚੂਜ਼ ਕਰੋ, ਤੁਹਾਡਾ PR ਦਾ ਵੀ ਈਜ਼ੀ ਰਹੇਗਾ ਕੱਲ੍ਹ ਨੂੰ ਫਿਊਚਰ, ਇਫ ਦੈਟ ਇਜ਼ ਯੂਰ ਪਲਾਨ। ਜੇ ਤੁਹਾਡਾ ਐਜੂਕੇਸ਼ਨ ਦਾ ਪਲਾਨ ਹੈ, ਤੁਹਾਡਾ ਕਰੀਅਰ ਬਹੁਤ ਅੱਛਾ ਹੋ ਸਕਦਾ ਹੈ। ਸੋ ਆਈ ਥਿੰਕ ਦ ਬੈਸਟ ਵੁੱਡ ਬੀ ਵੀ ਕੈਨ ਅਸੈਸ ਦ ਪ੍ਰੋਫਾਈਲ ਐਂਡ ਕੈਨ ਐਕਚੁਅਲੀ ਆਫਰ ਆਲ ਦੀ ਆਪਸ਼ਨਸ, ਵੀ ਹੈਵ ਹੀਪਸ ਆਫ ਆਪਸ਼ਨਸ। ਜੀ ਠੀਕ ਹੈ ਜੀ। ਬੜੇ ਵਧੀਆ ਤਰੀਕੇ ਨਾਲ ਤੁਸੀਂ ਚੀਜ਼ਾਂ ਕਲੀਅਰ ਆਊਟ ਕਰ ਰਹੇ ਹਾਂ। ਆਮ ਸ਼ੋਰ ਬੱਚਿਆਂ ਨੂੰ ਜਾਂ ਉਹਨਾਂ ਦੇ ਪੇਰੈਂਟਸ ਨੂੰ ਵੀ ਬੜੇ ਕਲੀਅਰ ਤਰੀਕੇ ਨਾਲ ਆਨਸਰ ਹੋ ਜਾਊਗਾ ਤੁਹਾਡੇ ਜਿਹੜੇ ਵੀ ਆਪਾਂ ਕੁਐਸਚਨਸ, ਕਿਉਂਕਿ ਇਹ ਕੁਐਸਚਨਸ ਜਿਹੜੇ ਫਰੀਕੁਐਂਟਲੀ ਆਸਕਡ ਕੁਐਸਚਨਸ ਜਿਹਨਾਂ ਨੂੰ ਆਪਾਂ ਕਹਿ ਦਈਦਾ, ਇਹੋ ਜਿਹੇ ਕੁਐਸਚਨ ਸਾਨੂੰ ਡੇਲੀ ਫੇਸ ਕਰਨੇ ਪੈਂਦੇ ਆ। ਇਹੋ ਜਿਹੇ ਕੁਐਸਚਨ ਸਾਡੇ ਕੋਲ ਆਉਂਦੇ। ਪੋਸਟ ਸਟੱਡੀ ਵਰਕ ਵੀਜ਼ੇ ਦੀ ਗੱਲ ਤੁਸੀਂ ਕਰ ਰਹੇ ਸੀਗੇ ਕਿ
ਕੁਛ ਗ੍ਰੀਨ ਲਿਸਟ ਦੇ ਵਿੱਚ ਸਟੱਡੀਜ਼ ਨਹੀਂ ਹੈਗੀਆਂ ਪਰ ਉਹਨਾਂ ਦੇ ਰਿਜ਼ਲਟ ਫਿਰ ਵੀ ਆ ਰਹੇ ਆ। ਆਪਾਂ ਪਹਿਲਾਂ ਕੈਮਰੇ ਤੋਂ ਬਿਨਾਂ ਗੱਲ ਕਰ ਰਹੇ ਸੀਗੇ, ਜਿਵੇਂ ਕੈਂਡੀਡੇਟ ਦੀ ਤੁਸੀਂ ਐਪਲੀਕੇਸ਼ਨ ਦੱਸੀ ਸੀ ਕਿ ਹੈਲਥ ਕੇਅਰ ਦੇ ਵਿੱਚ ਉਹ ਗਏ ਤੇ ਉਹਨਾਂ ਨੂੰ ਵਿਦਨ 1 ਮੰਥ ਦੇ ਵਿੱਚ ਹੀ ਪਾਰਟ ਟਾਈਮ ਜੌਬ ਆਫਰ ਹੋ ਗਈ। ਉਹ ਪੋਸਟ ਸਟੱਡੀ ਵਰਕ ਵੀਜ਼ਾ ਜਿਹੜਾ ਹੈ ਉਹ ਕਿੰਨਾ ਕੁ ਡਿਕਟੇਟ ਕਰਦਾ ਹੈ ਅੱਗੇ ਜਾ ਕੇ ਤੁਹਾਡੇ ਅੱਗੇ ਰੈਜ਼ੀਡੈਂਸੀ ਨੂੰ ਲੈ ਕੇ ਜਾਂ ਫਰਦਰ ਤੁਹਾਡੇ ਉੱਥੇ ਰਹਿਣ ਦੇ ਜਿਹੜੇ ਡਿਸੀਜਨਸ ਆ? ਦੇਖੋ, ਪੋਸਟ ਸਟੱਡੀ ਵਰਕ ਵੀਜ਼ਾ ਇਜ਼ ਆਲਵੇਜ਼ ਲਾਈਕ ਸਮਥਿੰਗ ਆਈਸਿੰਗ ਔਨ ਦ ਕੇਕ। ਆਈ ਮੀਨ ਤੁਸੀਂ ਆਏ ਪੜ੍ਹੇ, ਤੁਹਾਨੂੰ ਇੱਕ ਓਪਨ ਵੀਜ਼ਾ ਮਿਲਿਆ, ਉਹਦੇ 'ਚ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਐਕਸਪਲੋਰ ਕੀਤੀਆਂ ਤੇ ਤੁਸੀਂ ਆਪਣੇ ਰਾਈਟ ਪਲੇਸ ਤੇ ਪਹੁੰਚ ਗਏ ਕਿ ਮੇਰੇ ਕੋਲ ਹੁਣ ਇਨਫ ਟਾਈਮ ਹੈ ਕਿ ਮੈਂ ਪਲੇ ਅਰਾਊਂਡ ਕਰ ਸਕਦਾ। ਤੇ ਬਟ ਜੇ ਤੁਹਾਨੂੰ ਨਹੀਂ ਵੀ ਪੋਸਟ ਸਟੱਡੀ ਵਰਕ ਵੀਜ਼ਾ ਮਿਲ ਰਿਹਾ, ਇਟ ਡਜ਼ਨਟ ਮੀਨ ਕਿ ਤੁਹਾਡਾ ਕਰੀਅਰ ਨਹੀਂ ਹੈ, ਤੁਹਾਡਾ ਫਿਊਚਰ ਨਹੀਂ ਹੈ। ਤੁਸੀਂ ਹਜੇ ਵੀ ਆਪਣਾ, ਜੇ ਤੁਹਾਡੇ ਕੋਲ ਜੌਬ ਆਫਰ ਵਗੈਰਾ ਹੈਗੀ ਹੈ ਤਾਂ ਡੈਫੀਨੇਟਲੀ ਤੁਸੀਂ ਸਾਡੀ ਇਮੀਗ੍ਰੇਸ਼ਨ ਐਡਵਾਈਜ਼ਰ ਦੀ ਟੀਮ ਨਾਲ ਮਿਲ ਕੇ ਕਿੱਦਾਂ ਅੱਗੇ ਵਰਕ ਵੀਜ਼ਾ ਵਗੈਰਾ ਲੈ ਸਕਦੇ ਹੋ, ਅਸੀਂ ਤੁਹਾਨੂੰ ਪੂਰੀ ਗਾਈਡੈਂਸ ਜਿਹੜੀ ਹੈ ਪ੍ਰੋਵਾਈਡ ਕਰ ਸਕਦੇ ਹਾਂ ਥਰੂ ਲਾਈਸੈਂਸ ਇਮੀਗ੍ਰੇਸ਼ਨ ਐਡਵਾਈਜ਼ਰਸ। ਆਪਸ਼ਨਸ ਆਰ ਦੇਅਰ ਤੇ ਬੇਸਿਕ ਇਹ ਹੈ ਕਿ ਤੁਸੀਂ ਪੜ੍ਹੇ, ਕੁਝ ਟਾਈਮ ਤੁਸੀਂ ਕੰਮ ਕੀਤਾ, ਉਸ ਚੀਜ਼ 'ਚ ਐਕਸਪੀਰੀਅੰਸ ਲਿਆ ਤੇ ਡੈਫੀਨੇਟਲੀ ਤੁਸੀਂ ਜਿਹੜਾ ਹੈਗਾ ਆਪਣੇ ਡਿਫਰੈਂਟ ਆਪਸ਼ਨਸ ਦੇਖ ਸਕਦੇ ਹੋ ਟੂ ਗੈਟ ਅ PR। ਤੇ ਸਕਿਲਡ ਮਾਈਗ੍ਰੈਂਟ ਕੈਟੇਗਰੀ ਹੈਗੀ ਹੈ, ਅਦਰਵਾਈਜ਼ ਗ੍ਰੀਨ ਲਿਸਟ ਦੇ ਆਪਣੇ ਪਾਥਵੇ ਨੇ, ਉਹਦੇ ਲਈ ਤੁਹਾਨੂੰ ਸਾਡੀ ਟੀਮ ਨਾਲ ਬੈਠਣਾ ਪਏਗਾ ਇਮੀਗ੍ਰੇਸ਼ਨ ਐਡਵਾਈਜ਼ਰਸ ਦੀ, ਉਹ ਅਸੈਸ ਕਰਨਗੇ ਤੁਹਾਡੀ ਪ੍ਰੋਫਾਈਲ ਤੇ ਐਂਡ ਦੇ ਕੈਨ ਐਡਵਾਈਜ਼ ਯੂ। ਬਟ ਪੋਸਟ ਸਟੱਡੀ ਵਰਕ ਵੀਜ਼ਾ ਇਜ਼ ਨਾਟ ਅ ਮੇਜਰ ਪ੍ਰੋਬਲਮ। ਜੇ ਤੁਹਾਨੂੰ ਨਹੀਂ ਵੀ ਮਿਲ ਰਿਹਾ ਤਾਂ ਆਪਸ਼ਨਸ ਆਰ ਦੇਅਰ। ਯੈਸ ਜੀ। ਸੋ ਬੇਸਿਕਲੀ ਡਿਪੈਂਡ ਕਰਦਾ ਕਿ ਕਿੰਨਾ ਕੁ ਉਹ ਸਪੈਸੀਫਿਕ ਟ੍ਰੇਡ ਆ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਡਿਮਾਂਡਿੰਗ ਆ, ਉਸ ਹਿਸਾਬ ਨਾਲ ਤੁਸੀਂ ਥੋੜ੍ਹਾ ਜਿਹਾ ਰਿਸਕ ਫੈਕਟਰ ਆਪਣਾ ਲੈ ਕੇ ਜਾ ਸਕਦੇ ਆ ਨਾਲ, ਕਿ ਜੇ ਮੇਰੇ ਕੋਲ ਪੋਸਟ ਸਟੱਡੀ ਵਰਕ ਵੀਜ਼ਾ ਨਹੀਂ ਵੀ ਮਿਲੂਗਾ ਤੇ ਮੈਂ ਵਿਦਨ ਮਾਈ ਸਟੱਡੀਜ਼ ਮੈਂ ਕੋਈ ਨਾ ਕੋਈ ਇਹੋ ਜਿਹੀ ਪੋਜੀਸ਼ਨ ਸਿਕਿਉਰ ਕਰ ਲੂੰਗਾ ਜਿਹੜਾ ਕਿ ਮੈਨੂੰ ਬਾਅਦ ਵਿੱਚ ਮੇਰਾ ਇੰਪਲੋਇਰ ਅਸਿਸਟ ਕਰਕੇ ਅੱਗੇ ਵਰਕ ਵੀਜ਼ਾ ਮੈਨੂੰ ਦੇ ਵਿੱਚ ਹੈਲਪ ਕਰ ਸਕਦਾ। ਫੋਰ ਐਨ ਐਗਜ਼ਾਮਪਲ, ਤੁਸੀਂ ਹੈਲਥ ਕੇਅਰ ਦਾ ਕੋਰਸ ਕਰਨ ਆ ਰਹੇ ਹੋ, ਡਿਪਲੋਮਾ, ਉਸ ਕੋਲ ਪੋਸਟ ਸਟੱਡੀ ਵਰਕ ਵੀਜ਼ਾ ਨਹੀਂ ਹੈ ਐਜ਼ ਆਫ ਟੂਡੇ, ਪਰ ਇਹਦਾ ਇਹ ਮਤਲਬ ਨਹੀਂ ਹੈ ਕਿ ਉਹਦੇ ਵਿੱਚ ਫਿਊਚਰ ਨਹੀਂ ਹੈ। ਹੈਲਥ ਕੇਅਰ ਵਰਕਰਸ ਦੀ ਬਹੁਤ ਲੋੜ ਹੈ ਨਿਊਜ਼ੀਲੈਂਡ ਨੂੰ। ਮਿਨੀਮਮ ਪੇ ਇਕੁਇਟੀ ਸਕੀਮ ਹੈ ਗਵਰਨਮੈਂਟ ਦੀ, ਜਿਹਦੇ ਅੰਡਰ ਤੁਹਾਨੂੰ ਮਿਨੀਮਮ ਪੇ ਅਸ਼ੋਰਡ ਹੈਗੀ ਹੈ, ਇੰਪਲੋਇਰ ਤੁਹਾਨੂੰ ਉਸ ਤੋਂ ਘੱਟ ਪੇ ਨਹੀਂ ਕਰ ਸਕਦਾ ਤੇ ਉਸ ਬੇਸ ਤੇ ਤੁਸੀਂ ਐਕਸਪੀਰੀਅੰਸਡ ਹੋ ਜਾਂਦੇ ਹੋ ਵਾਈਲ ਸਟੱਡਿੰਗ। ਤੇ ਜੇ ਤੁਹਾਨੂੰ ਅੱਗੇ ਕੋਈ ਓਪਰਚੁਨਿਟੀ ਮਿਲਦੀ ਹੈ ਜੌਬ ਦੀ ਤਾਂ ਤੁਹਾਡੇ ਲਈ ਤਾਂ ਬਹੁਤ ਅੱਛਾ ਪਾਥਵੇ ਹੈ ਅੱਗੇ। ਸਾਡੀ ਇਮੀਗ੍ਰੇਸ਼ਨ ਟੀਮ ਤੁਹਾਨੂੰ ਪੂਰਾ ਦੱਸ ਸਕਦੀ ਹੈ ਕਿ ਕਿੱਦਾਂ ਤੁਸੀਂ ਜਿਹੜਾ ਹੈਗਾ ਵਰਕ ਟੂ ਰੈਜ਼ੀਡੈਂਸੀ ਲਈ ਕੁਆਲੀਫਾਈ ਹੋ ਸਕਦੇ ਹੋ। ਤੁਹਾਨੂੰ ਕੋਈ ਆਇਲਸ ਦੀ ਵੀ ਸ਼ਾਇਦ ਜ਼ਰੂਰਤ ਨਾ ਪਵੇ ਜਾਂ ਕਿਸੇ ਹੋਰ ਚੀਜ਼ ਦੀ, ਆਲ ਯੂ ਨੀਡ ਅ ਜੌਬ ਐਂਡ ਦੇयर ਇਜ਼ ਅ ਸੈਟ ਆਫ ਕ੍ਰਾਈਟੀਰੀਆ ਤੇ ਉਹ ਤੁਹਾਨੂੰ ਇਮੀਗ੍ਰੇਸ਼ਨ ਐਡਵਾਈਜ਼ਰ ਦੀ ਟੀਮ ਐਡਵਾਈਸ ਕਰੇਗੀ ਕਿ ਕਿੱਦਾਂ ਤੁਸੀਂ ਜਿਹੜਾ ਹੈਗਾ। ਵੀ ਆਰ ਹੈਪੀ ਟੂ ਕਿ ਜੇ ਤੁਹਾਡੇ ਕੋਈ ਵੀ ਡਾਊਟਸ ਹੈ, ਬੱਚਾ ਅਪਲਾਈ ਕਰਨ ਤੋਂ ਪਹਿਲਾਂ ਮਿਲਣਾ ਚਾਹੁੰਦਾ ਹੈ, ਅਸੀਂ ਜ਼ੂਮ ਮੀਟਿੰਗ ਕਰਾ ਸਕਦੇ ਹਾਂ ਇਮੀਗ੍ਰੇਸ਼ਨ ਐਡਵਾਈਜ਼ਰ ਟੀਮ ਨਾਲ। ਤੁਸੀਂ ਜ਼ੂਮ ਮੀਟਿੰਗ 'ਚ ਆਪਣੇ ਸਾਰੇ ਇਮੀਗ੍ਰੇਸ਼ਨ ਰਿਲੇਟਡ ਕੁਐਸਚਨ ਪੁੱਛੋ, ਪੂਰੀ ਤਰ੍ਹਾਂ ਆਪਣੇ ਆਪ ਨੂੰ ਸੈਟਿਸਫਾਈ ਕਰੋ ਐਂਡ ਦੈਨ ਯੂ ਚੂਜ਼ ਯੂਰ ਕੋਰਸ ਵਾਈਜ਼। ਡੈਫੀਨੇਟਲੀ ਨਹੀਂ, ਇਹ ਇੱਕ ਬੜੀ ਵੱਡੀ ਸਪੋਰਟ ਹੈ ਬੱਚਿਆਂ ਦੇ ਲਈ ਜਦੋਂ ਗੱਲ ਆਉਂਦੀ ਹੈ ਐਪਲੀਕੇਸ਼ਨ ਲੌਂਚ ਕਰਨ ਦੇ ਲਈ। ਹੈਵਿੰਗ ਐਨ LIA ਵਿਦ ਯੂਰ ਸਾਈਡ, ਕੋਈ LIA ਤੁਹਾਡੇ ਸਾਈਡ ਤੇ ਕੰਮ ਕਰ ਰਿਹਾ ਤਾਂ ਉਹ ਇੱਕ ਬੜਾ ਪਲੱਸ ਪੁਆਇੰਟ ਹੋ ਜਾਂਦਾ ਬੱਚੇ ਦੇ ਵਾਸਤੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕੋਈ ਵੀ ਮੈਂ ਆਪਣੀ ਐਪਲੀਕੇਸ਼ਨ ਦੇ ਵਿੱਚ ਕੋਈ ਛੋਟੀ ਤੋਂ ਛੋਟੀ ਗਲਤੀ ਵੀ ਮੈਂ ਅਵੋਇਡ ਕਰੂੰਗਾ ਆਪਣੀ ਐਪਲੀਕੇਸ਼ਨਸ ਵੈਨ ਇਟ ਕਮ ਟੂ ਲੌਜਿੰਗ ਦੀ ਐਪਲੀਕੇਸ਼ਨ, ਕਿਉਂਕਿ ਕੇਸ ਆਫਿਸਰ ਨੇ ਐਂਡ ਮੋਮੈਂਟ ਤੇ ਤੁਹਾਡਾ ਡਿਸੀਜਨ ਹੀ ਲੈਣਾ ਹੁੰਦਾ ਹੈ ਨਾ। ਸੋ ਹੈਵਿੰਗ ਐਨ LIA ਇਜ਼ ਡੈਫੀਨੇਟਲੀ ਅ ਵੈਰੀ ਬਿਗ ਪੁਆਇੰਟ। ਫਾਈਨਲ ਸਵਾਲ ਹੈ ਜੀ ਮੇਰਾ ਇੱਕ ਛੋਟਾ ਜਿਹਾ ਬਸ, ਵੀ ਟਾਈਮ ਫਰੇਮ ਤੇ ਪ੍ਰੋਸੈਸ ਬਾਰੇ ਥੋੜ੍ਹੀ ਜਿਹੀ ਗੱਲਬਾਤ ਕਰੋ ਕਿ ਕਿੰਨਾ ਕੁ ਟਾਈਮ ਫਰੇਮ ਸਟਾਰਟਿੰਗ ਫਰੋਮ ਡੇ 1। ਫੋਰ ਐਗਜ਼ਾਮਪਲ, ਬੱਚਾ ਮੇਰੇ ਕੋਲ ਕੱਲ੍ਹ ਨੂੰ ਆਉਂਦਾ ਹੈ, ਬੱਚਾ ਮੈਨੂੰ ਆਪਣੇ ਡਾਕੂਮੈਂਟਸ ਸਕੈਨ ਕਰਕੇ ਦੇ ਦਿੰਦਾ ਹੈ, ਉਹਦੇ ਤੋਂ ਲੈ ਕੇ ਰਿਜ਼ਲਟ ਆਉਣ ਤੱਕ ਬੱਚਾ ਕਿੰਨੇ ਕੁ ਟਾਈਮ ਦਾ ਐਕਸਪੈਕਟੈਂਸੀ ਰੱਖ ਸਕਦਾ ਹੈ, ਜਾਂ ਉਹਦੇ ਵਿੱਚ ਪ੍ਰੋਸੈਸ ਦੇ ਵਿੱਚ ਬੱਚੇ ਨੂੰ ਕਿੰਨੀ ਕੁ ਇਨਵੋਲਵਮੈਂਟ ਰੱਖਣੀ ਪਊਗੀ ਜੀ? ਆਈ ਥਿੰਕ ਇਨ ਜਨਰਲ ਐਡਮਿਸ਼ਨ ਨੂੰ ਅਸੀਂ 7 days to 10 days ਕਹਿ ਕੇ ਚੱਲਾਂਗੇ, ਬਟ ਸਮਟਾਈਮਸ ਆਫਰਸ ਜਿਹੜੀਆਂ ਕਪਲ ਆਫ ਡੇਜ਼ ਵੀ ਇਸ਼ੂ ਹੋ ਜਾਂਦੀਆਂ, ਡਿਪੈਂਡ ਕਰਦਾ ਹੈ ਕਿ ਉੱਥੇ ਬੈਕ ਐਂਡ ਕਿੰਨਾ ਬਿਜ਼ੀ ਆ, ਉਹਨਾਂ ਕੋਲ ਕਿੰਨਾ ਕੁ ਐਪਲੀਕੇਸ਼ਨ ਹੈ ਉਸ ਟਾਈਮ ਟੂ ਗੈਟ ਪ੍ਰੋਸੈਸਡ, ਉਹਦੇ ਅਕੋਰਡਿੰਗਲੀ ਹੀ ਟਾਈਮ ਲੱਗਦਾ। ਇੱਕ ਵਾਰੀ ਆਫਰ ਆ ਜਾਂਦੀ ਹੈ ਤੇ ਅੱਗੇ LIA ਸਾਡੀ ਟੀਮ ਹੈਗੀ ਹੈ ਜਿਹੜੀ ਪੂਰੇ ਤੁਹਾਡੇ ਨਾਲ ਮਤਲਬ ਤੁਹਾਨੂੰ ਚੈੱਕਲਿਸਟ ਦਿੰਦੇ ਨੇ ਜਾਂ ਤੁਹਾਡੇ ਨਾਲ ਗੱਲ ਕਰਦੇ ਨੇ ਬੱਚੇ ਦੇ ਨਾਲ ਕਿ ਕਿੱਦਾਂ ਸਟੂਡੈਂਟ ਵੀਜ਼ਾ ਪ੍ਰੋਸੈਸ ਹੋਊਗਾ। ਇਨ ਜਨਰਲ ਆਪਾਂ ਟਾਈਮ ਲੈ ਕੇ ਚੱਲਦੇ ਹਾਂ, 1 ਤੋਂ 2 ਮਹੀਨੇ ਇਸ ਪ੍ਰੋਸੈਸ ਨੂੰ ਲੱਗ ਜਾਂਦੇ ਨੇ। ਬਟ ਗੱਲ ਕੀ ਹੈ ਕਿ ਇਟ ਇਜ਼ ਕੇਸ ਟੂ ਕੇਸ ਬੇਸਿਸ। ਹੁਣ ਤੁਹਾਡੇ ਫੰਡਸ ਕਿੱਦਾਂ ਦੇ ਨੇ, ਕਿੰਨੇ ਕੁ ਕੰਪਲੀਕੇਟਿਡ ਨੇ, ਉਹਦੇ 'ਚ ਸਾਨੂੰ ਕਿੱਦਾਂ ਦੇ ਐਵੀਡੈਂਸ ਚਾਹੀਦੇ ਨੇ। ਅਸੀਂ ਮੇਕ ਸ਼ੋਰ ਕਰਨਾ ਹੁੰਦਾ ਹੈ ਕਿ ਜਿਹੜਾ ਫਸਟ ਅਟੈਂਪਟ 'ਚ ਬੱਚੇ ਦਾ ਵੀਜ਼ਾ ਅਪਰੂਵ ਹੋ ਜਾਵੇ, ਕੋਈ ਵੀ ਮਿਸਟੇਕ ਹੈ ਜਿਹੜੀ ਉਹ ਨਾ ਹੋਵੇ, ਕਿ ਅਸੀਂ ਕੋਈ ਵੀ ਚੀਜ਼ ਬਲਾਈਂਡਲੀ ਨਹੀਂ ਕਰਨੀ ਚਾਹਾਂਗੇ। ਉਹਨਾਂ ਦੀਆਂ ਫਾਈਨੈਂਸ਼ੀਅਲਸ ਨੂੰ ਕਿੰਨੇ ਅੱਛੇ ਤਰੀਕੇ ਨਾਲ ਰਿਪਰੈਜ਼ੈਂਟ ਕਰਨਾ ਹੈ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਅੱਗੇ, ਕਿੱਦਾਂ ਉਹਨਾਂ ਦੀ ਸਟੇਟਮੈਂਟ ਆਫ ਪਰਪਸ ਦੇ ਵਿੱਚ ਉਹਨਾਂ ਨੂੰ ਕਹਿਣਾ ਕਿ ਉਹਨਾਂ ਨੇ ਕੀ ਸਟੇਟਮੈਂਟ ਪਰਪਸ ਐਕਚੁਅਲੀ ਅਸੀਂ ਉਹਨਾਂ ਨੂੰ ਗਾਈਡ ਦੇ ਸਕਦੇ ਹਾਂ, ਇੱਕ ਉਹ ਗਾਈਡ ਦੇ ਅਕੋਰਡਿੰਗ ਆਪਣੀ SOP ਪਲਾਨ ਕਰ ਸਕਦੇ ਨੇ। ਅੱਜ ਦੇ ਲੋਕ ਤੁਹਾਡੇ ਬੱਚੇ ਨੇ ਖੁਦ ਹੀ SOP ਲਿਖਣੀ ਹੈ ਕਿ ਉਹਦੇ ਪਲਾਨਸ ਕੀ ਨੇ, ਜੈਨੂਇਨ ਪਲਾਨਸ ਕੀ ਨੇ, ਕਿਉਂ ਉਹ ਇਹ ਕੋਰਸ ਕਰਨਾ ਚਾਹੁੰਦਾ ਹੈ, ਜਾਂ ਵਾਟ ਇਜ਼ ਹਿਸ ਇਵੈਂਚੁਅਲ ਗੋਲ ਟੂ ਸਟੱਡੀ ਦਿਸ ਕੋਰਸ। ਉਹ ਬੱਚੇ ਨੂੰ ਅੱਛੀ ਤਰ੍ਹਾਂ ਨਾਲ ਪਤਾ ਹੋਣਾ ਚਾਹੀਦਾ ਹੈ। ਸਾਡੀ LIA ਟੀਮ ਹੈ ਜਿਹੜੀ
they are happy to comment on every aspect, but again ਅਸੀਂ always motivate a student कि you should know what are you getting into. Exactly. Your target shouldn't be just getting into New Zealand on a whatever the course. I'm like, your target should be कि what is your career goal, what and how this course will benefit you. ਤੁਸੀਂ wisely choose ਕਰੋ, ਅਸੀਂ step by step ਤੁਹਾਨੂੰ guide ਕਰਾਂਗੇ ਹਰ ਚੀਜ਼ ਦੇ ਬਾਰੇ। ਕਈ ਵਾਰ ਬਹੁਤ ਸਾਰੇ client ਹਰ ਚੀਜ਼ ਨੂੰ rush ਵੀ ਕਰਦੇ ਆ ਕਿ ਸਾਡਾ ਜਲਦੀ ਜਿਹੜਾ ਹੈਗਾ ਕਿਉਂ ਨਹੀਂ ਆ ਰਿਹਾ। ਆਈ ਥਿੰਕ ਇਹ ਜਿਹੜਾ ਇਮੀਗ੍ਰੇਸ਼ਨ ਨਿਊਜ਼ੀਲੈਂਡ ਕਾਫੀ ਕੁਛ ਹੁਣ ਰੀਸੈਂਟ ਪਾਸ ਕਰ ਰਹੀ ਹੈ ਟੂ ਗੈਟ ਦ ਥਿੰਗਸ ਰੀਅਲ ਫਾਸਟ। ਨਾਓ ਦ ਥਿੰਗਸ ਆਰ ਐਕਚੁਅਲੀ ਮਚ ਬੈਟਰ ਦੈਨ ਇਨ ਦ ਪਾਸਟ ਕਿ ਸਾਡੀ ਸਕਸੈਸ ਰੇਟ ਵੀ ਬਹੁਤ ਅੱਛਾ ਹੈ ਹੁਣ ਇਸ ਟਾਈਮ। ਆਈ ਐਮ ਲਾਈਕ 1 month ਵੀਜ਼ਾ ਅਪਰੂਵਲ ਆ ਰਹੀਆਂ ਨੇ, 4 week 6 week, ਤੇ ਇਟ ਆਲ ਡਿਪੈਂਡਸ ਕਿ ਇਹ ਜਿਹੜਾ ਹੈਗਾ ਪ੍ਰੋਸੈਸਿੰਗ ਟਾਈਮ ਅਗੇਨ ਇਮੀਗ੍ਰੇਸ਼ਨ ਨਿਊਜ਼ੀਲੈਂਡ 'ਤੇ ਡਿਪੈਂਡ ਕਰਦਾ ਤੇ ਕਿੰਨਾ ਅੱਛਾ ਤੁਹਾਡਾ ਕੇਸ ਕਿੰਨਾ ਸਿੰਪਲੀਫਾਈਡ ਵੇ ਦੇ ਨਾਲ ਆਪਾਂ ਪ੍ਰੈਜ਼ੈਂਟ ਕੀਤਾ, ਇਹ ਵੀ ਬਹੁਤ ਇੰਪੋਰਟੈਂਟ ਹੈ। ਤੁਸੀਂ ਪੂਰੀ ਇਨਫੋਰਮੇਸ਼ਨ ਨਹੀਂ ਦੋਗੇ, ਥਿੰਗਸ ਵਿਲ ਬੀ ਡਿਲੇਡ। ਬਿਲਕੁਲ ਹਾਂਜੀ, ਬੱਚੇ ਨੂੰ ਇਨਵੋਲਵ ਕਰਕੇ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਐਂਡ ਮੋਮੈਂਟ 'ਤੇ ਕੱਲ੍ਹ ਨੂੰ ਜਦੋਂ ਬੱਚੇ ਨੇ ਇੰਟਰਵਿਊ ਦੀ ਪ੍ਰੈਪਰੇਸ਼ਨ ਕਰਨੀ ਆ ਜਾਂ ਬੱਚੇ ਨੇ ਆਪਣੀ ਕੋਰਸ ਦੀ ਸਟੱਡੀ ਕਰਨੀ ਆ, ਉਹਦੇ ਵਿੱਚ ਬੱਚਾ ਆਲਰੇਡੀ ਵੈਲ ਪ੍ਰੀਪੇਅਰਡ ਹੁੰਦਾ ਜਦੋਂ ਬੱਚਾ ਥਰੂ ਆਊਟ ਦਾ ਪ੍ਰੋਸੈਸ ਆਪਾਂ ਇਨਵੋਲਵ ਕਰਕੇ ਰੱਖੀਦਾ। ਫੋਰ ਐਗਜ਼ਾਮਪਲ SOP ਦੇ ਵਿੱਚ ਆਪਾਂ ਗੱਲ ਕਰ ਲਈਏ, ਜਦੋਂ ਆਪਾਂ ਏਜੰਟ ਦੇ ਉੱਤੇ ਜਾਂ LIA ਦੇ ਉੱਤੇ ਸੁੱਟ ਦਿੰਦੇ ਹਾਂ ਇਸ ਚੀਜ਼ ਦੇ ਬਾਰੇ ਕਿ ਤੁਸੀਂ ਸਾਡੀ SOP ਤਿਆਰ ਕਰੋ, ਇੱਕ ਆਪਣੇ ਪੈਰਾਂ ਦੇ 'ਤੇ ਆਪ ਕੁਹਾੜਾ ਮਾਰਨ ਦੀ ਗੱਲ ਹੁੰਦੀ ਹੈ ਕਿ ਪਹਿਲਾਂ ਤਾਂ ਤੁਹਾਡੀ LIA ਤੁਹਾਨੂੰ ਪ੍ਰੈਪਰੇਸ਼ਨ ਕਰਕੇ SOP ਲਿਖੇ, ਫਿਰ ਤੁਹਾਨੂੰ ਕ੍ਰੈਮ ਕਰਨ ਦੀ ਜ਼ਰੂਰਤ ਪੈਂਦੀ ਹੈ। ਉਹਦੇ ਤੋਂ ਬੈਟਰ ਹੈ ਤੁਸੀਂ ਆਪਣਾ ਹੋਮਵਰਕ ਖੁਦ ਕਰੋ। ਦੇਖੋ ਟੈਕਨੀਕਲੀ SOP ਦਾ ਸਟੂਡੈਂਟ ਨੂੰ ਹੀ ਲਿਖਣੀ ਚਾਹੀਦੀ ਹੈ, ਉਹਨੂੰ ਪਤਾ ਹੋਣਾ ਚਾਹੀਦਾ ਹੈ। ਆਲ ਵੀ ਕੈਨ ਡੂ, ਉਹਨੂੰ ਇੱਕ ਗਾਈਡ ਦੇ ਸਕਦੇ ਆ ਕਿ ਤੁਸੀਂ ਕਿਸ ਤਰੀਕੇ ਨਾਲ ਐਕਸਪਲੇਨੇਸ਼ਨਸ ਦੇ ਸਕਦੇ ਹੋ, ਪਰ ਇਹ ਤੁਹਾਡੇ ਆਪਣੇ ਪਰਸਨਲ ਐਕਸਪੀਰੀਅੰਸ ਤੇ ਪਰਸਨਲ ਸਰਕਮਸਟੈਂਸਿਸ 'ਤੇ ਮੈਟਰ ਕਰਦਾ ਹੈ ਕਿ ਤੁਸੀਂ ਕੀ ਲਿਖੋਗੇ SOPs। ਅਸੀਂ ਗਾਈਡ ਕਰ ਸਕਦੇ ਹਾਂ ਬਟ LIA ਟੀਮ ਪੂਰਾ ਹੈਲਪ ਕਰ ਸਕਦੀ ਹੈ ਕਿ ਇਹ SOP ਅਪ ਟੂ ਦਾ ਮਾਰਕ ਹੈ ਜਾਂ ਨਹੀਂ ਹੈ, ਬਟ SOP ਸ਼ੁੱਡ ਬੀ ਰਿਟਨ ਬਾਈ ਦ ਸਟੂਡੈਂਟ ਹਿਮਸੈਲਫ। ਹੀ ਸ਼ੁੱਡ ਨੋ ਵਾਟ ਹੀ ਇਜ਼ ਐਕਚੁਅਲੀ ਗੈਟਿੰਗ ਇਨਟੂ। ਜੀ ਨਹੀਂ, ਬਹੁਤ ਜ਼ਿਆਦਾ ਮਿਹਰਬਾਨੀ, ਤੁਸੀਂ ਸਾਡੇ ਬੜੇ ਵਧੀਆ ਤਰੀਕੇ ਨਾਲ ਬੜੇ ਹੌਸਲੇ ਦੇ ਨਾਲ ਆਨਸਰ ਕੀਤੇ ਸਾਡੇ ਕੁਐਸਚਨਸ, ਈਵਨ ਦੋ ਕਿ ਤੁਸੀਂ ਬੜੇ ਲਿਮਿਟਡ ਟਾਈਮ ਦੇ ਟ੍ਰਿਪ ਦੇ ਉੱਤੇ ਹੋ ਇੰਡੀਆ ਦੇ ਵਿੱਚ, ਅਤੇ ਤੁਸੀਂ ਥੈਂਕ ਯੂ ਸਾਡਾ ਟਾਈਮ ਕੱਢ ਕੇ ਸਾਡੇ ਕੋਲ ਆਏ ਆ ਜੀ, ਅਤੇ ਬੱਚਿਆਂ ਦੇ ਡਾਊਟਸ ਵੀ ਕਲੀਅਰ ਕੀਤੇ ਆ ਤੁਸੀਂ। ਹੋਰ ਵੀ ਜੇ ਤੁਹਾਡਾ ਕੋਈ ਵੀ ਕੁਐਸਚਨ ਹੋਵੇ ਤੁਸੀਂ ਆਪਣਾ ਕਮੈਂਟ ਦੇ ਵਿੱਚ ਡਰੋਪ ਕਰ ਸਕਦੇ ਆ। ਹਰਮੀਤ ਆਲਵੇਜ਼ ਵਾਚ ਆਵਰ YouTube ਚੈਨਲ, ਤੇ ਕਮੈਂਟਸ ਦੇ ਉੱਤੇ ਬਹੁਤ ਧਿਆਨ ਰੱਖਦੇ ਆ ਕਿ ਕਿੱਦਾਂ ਦੇ ਬੱਚਿਆਂ ਦੇ ਕਮੈਂਟਸ ਆ ਰਹੇ ਆ, ਕਿੱਦਾਂ ਦੀਆਂ ਫੀਡਬੈਕਸ ਆ ਰਹੀਆਂ ਬੱਚਿਆਂ ਦੀਆਂ, ਕਿਵੇਂ ਦੇ ਰਿਜ਼ਲਟਸ ਆ ਰਹੇ ਆ। ਸੋ ਕਦੇ ਵੀ ਕੋਈ ਕੁਐਸਚਨ ਹੋਵੇ ਯੂ ਕੈਨ ਸੀ ਹਿਮ ਇਨ ਦੀ ਕਮੈਂਟ ਬਾਕਸ, ਤੇ ਕਦੇ ਵੀ ਤੁਹਾਨੂੰ ਰਿਪਲਾਈ ਕਰਕੇ ਤੁਹਾਡੇ ਕੁਐਸਚਨਸ ਦੇ ਆਨਸਰ ਕਰ ਸਕਦੇ ਆ। ਮਿਲਦੇ ਆ ਇਹੋ ਜਿਹੀ ਅਗਲੀ ਇੱਕ ਹੋਰ ਇਨਫੋਰਮੇਟਿਵ ਵੀਡੀਓ ਦੇ ਵਿੱਚ, ਤਦ ਤੱਕ ਦੇ ਲਈ ਬੈਸਟ ਆਫ ਲੱਕ। ਥੈਂਕ ਯੂ।